ਹੈਲੋ। ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਅਸੀਂ ਕੁਐਸਚਨ ਨੰਬਰ 33 3 ਅੰਕ ਦਾ ਪ੍ਰਸ਼ਨ, ਬੜਾ ਸੌਖਾ ਜਿਹਾ ਪ੍ਰਸ਼ਨ, ਇੱਕ ਚੰਗੇ ਬਾਲਣ ਦੀਆਂ ਕੀ ਵਿਸ਼ੇਸ਼ਤਾਵਾਂ ਜਾਂ ਇੱਕ ਚੰਗੇ ਬਾਲਣ ਦੇ ਕੀ ਗੁਣ ਹੁੰਦੇ ਹਨ ਬਾਰੇ ਗੱਲ ਕਰਾਂਗੇ। ਬੜਾ ਸੌਖਾ ਜਿਹਾ ਪ੍ਰਸ਼ਨ ਹੈ ਇਹ, ਮੈਨੂੰ ਵੀ 10ਵੀਂ 'ਚ ਆਇਆ ਸੀ, ਉਹ ਸਾਡੇ ਵੇਲੇ 5 ਅੰਕਾਂ ਦਾ ਸੀ। ਤਾਂ ਇਹ ਬੜਾ ਪ੍ਰਸ਼ਨ ਬੇਸਿਕ ਜਿਹਾ ਪ੍ਰਸ਼ਨ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇਹ 'ਚ ਸ਼ਬਦ ਹੈ ਬਾਲਣ। ਪੇਪਰ ਤੁਹਾਨੂੰ ਇਸ ਦੱਸਣ ਦੀ ਲੋੜ ਨਹੀਂ ਭਾਵੇਂ, ਪਰ ਬਾਲਣ ਕੀ ਹੈ ਇਹ ਜੇ ਸਾਨੂੰ ਪਤਾ ਹੋਵੇ ਤਾਂ ਅਸੀਂ ਉਹਦੇ ਗੁਣਾਂ ਬਾਰੇ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਤਾਂ ਬਾਲਣ ਕੋਈ ਵੀ ਪਦਾਰਥ ਜਿਸ ਨੂੰ ਜਲਾ ਕੇ ਊਰਜਾ ਪ੍ਰਾਪਤ ਹੁੰਦੀ ਹੈ ਉਹ ਬਾਲਣ ਕਹਾਉਂਦਾ ਹੈ। ਭਾਵੇਂ ਤੁਹਾਡੇ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਪਾਥੀਆਂ, ਲੱਕੜ, ਭਾਵੇਂ LPG ਗੈਸ ਹੈ ਸਿਲੰਡਰ ਵਾਲੀ, ਠੀਕ ਹੈ, ਭਾਵੇਂ ਵਾਹਨਾਂ ਵਿੱਚ ਗੱਡੀਆਂ ਵਿੱਚ ਜਲਾਇਆ ਜਾਣ ਵਾਲਾ ਪੈਟਰੋਲ ਹੈ, ਡੀਜ਼ਲ ਹੈ, ਠੀਕ ਹੈ, ਤਾਂ ਇਹ ਸਾਰੇ ਬਾਲਣ ਹੈ। ਤਾਂ ਅਸੀਂ ਇੱਕ ਚੰਗਾ ਬਾਲਣ ਕਿਹਨੂੰ ਕਹਾਂਗੇ, ਚੰਗੇ ਬਾਲਣ ਦੇ ਕੀ ਗੁਣ ਹੋਣੇ ਚਾਹੀਦੇ ਹੈ, ਤਾਂ ਅਸੀਂ ਇਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਪੁਆਇੰਟ ਲੈ ਕੇ ਆਏ ਸੀ ਨਮੀ ਦੀ ਘੱਟ ਮਾਤਰਾ, ਕਿ ਜੋ ਅਸੀਂ ਬਾਲਣ ਵਰਤ ਰਹੇ ਹਾਂ ਉਹ 'ਚ ਸਿੱਲ ਘੱਟ ਹੋਵੇ, ਪਾਣੀ ਦੀ ਮਾਤਰਾ ਨਾ ਜ਼ਿਆਦਾ ਹੋਵੇ। ਹੁਣ ਤੁਸੀਂ ਦੇਖਿਆ ਹੋਊ ਘਰਾਂ ਦੇ ਵਿੱਚ ਪਾਥੀਆਂ ਹੁੰਦੀਆਂ, ਜਦੋਂ ਗਿੱਲੀਆਂ ਪਾਥੀਆਂ ਹੁੰਦੀਆਂ ਜਾਂ ਲੱਕੜ ਗਿੱਲੀ ਹੁੰਦੀ ਹੈ, ਜਦੋਂ ਉਹਨੂੰ ਚੁੱਲ੍ਹੇ 'ਚ ਲਾਉਂਦੇ ਆ ਤਾਂ ਧੂੰਆਂ ਕਰਦੀ ਹੈ, ਉਸ ਨੂੰ ਜਲਾਉਣ 'ਚ ਮੁਸ਼ਕਿਲ ਆਉਂਦੀ ਹੈ, ਠੀਕ ਹੈ ਨਾ। ਤਾਂ ਇਸ ਕਰਕੇ ਬਾਲਣ 'ਚ ਨਮੀ ਦੀ ਮਾਤਰਾ ਘੱਟ ਚਾਹੀਦੀ ਹੈ। ਨੰਬਰ 2, ਉਚਿਤ ਕੈਲੋਰੀ ਮਾਨ। ਕੈਲੋਰੀ ਮਾਨ ਭਾਵ ਜੋ ਬਾਲਣ ਨੂੰ ਜਲਾਉਣ ਤੋਂ ਊਰਜਾ ਪੈਦਾ ਹੁੰਦੀ ਹੈ ਉਸ ਦੇ ਮਾਨ ਨੂੰ ਅਸੀਂ ਕੈਲੋਰੀ ਮਾਨ ਕਹਿੰਦੇ ਹਾਂ। ਸਧਾਰਨ ਸ਼ਬਦਾਂ 'ਚ ਇਹ ਕਹਾਂਗੇ ਅਸੀਂ। ਤਾਂ ਉਹ ਉਚਿਤ ਹੋਣਾ ਚਾਹੀਦਾ ਕਿ ਇਹ ਨਾ ਹੋਵੇ ਕਿ ਤੁਹਾਡਾ ਜ਼ਿਆਦਾ ਬਾਲਣ ਜਲਾਉਣ 'ਤੇ ਵੀ ਬਹੁਤ ਘੱਟ ਊਰਜਾ ਮਿਲ ਰਹੀ ਹੈ ਤੁਹਾਨੂੰ ਉਸ ਤੋਂ, ਠੀਕ ਹੈ। ਤਾਂ ਉਸ ਤੋਂ ਉਚਿਤ ਸਾਨੂੰ ਊਰਜਾ ਮਿਲਣੀ ਚਾਹੀਦੀ ਹੈ, ਕੈਲੋਰੀ ਮਾਨ ਉੱਚਾ ਹੋਣਾ ਚਾਹੀਦਾ ਉਹਦਾ। ਉਚਿਤ ਬਲਣ ਦਰ। ਬਲਣ ਦਰ ਭਾਵ ਜਦੋਂ ਤੁਸੀਂ ਉਹਨੂੰ ਜਲਾਇਆ ਉਹ ਇਹ ਨਾ ਹੋਵੇ ਕਿ ਪੱਕ ਪੱਕ ਕਰਕੇ ਇੱਕਦਮ ਹੀ ਸਾਰਾ ਮੱਚ ਜੇ, ਇਹ ਨਾ ਹੋਵੇ ਕਿ ਬਹੁਤ ਸਲੋ ਮੱਚੇ। ਹੁਣ ਜਿਵੇਂ ਲੱਕੜਾਂ ਵਗੈਰਾ ਲਾਉਂਦੇ ਚੁੱਲ੍ਹੇ ਦੇ ਵਿੱਚ ਆਪਾਂ, ਤਾਂ ਕਈ ਵਾਰ ਬਹੁਤ ਸਲੋ ਚੱਲਦੀਆਂ ਜਾਂ ਪਾਥੀਆਂ ਵਗੈਰਾ ਬਹੁਤ ਸਲੋ ਚੱਲਦੀਆਂ, ਠੀਕ ਹੈ, ਸਾਨੂੰ ਉਦੋਂ ਮੁਸ਼ਕਿਲ ਆਉਂਦੀ ਹੈ। ਜਾਂ ਜਿਵੇਂ ਕੁਛ ਗੈਸੀ ਬਾਲਣ ਹੁੰਦੇ ਨੇ ਜਿਹਨੂੰ ਇੱਕਦਮ ਅੱਗ ਲਾਉਣ 'ਤੇ ਇੱਕਦਮ ਹੀ ਜਲ ਜਾਂਦੇ ਨੇ, ਜਿਵੇਂ ਪੈਟਰੋਲ ਨੂੰ ਅੱਗ ਲੱਗਦੀ ਹੈ ਬਹੁਤ ਜਲਦੀ, ਇਸ ਤਰ੍ਹਾਂ ਵੀ ਨਾ ਹੋਵੇ। ਅਗਲਾ ਹੈ ਉਚਿਤ ਮੁੱਲ। ਹੁਣ ਤੁਸੀਂ ਜਦੋਂ ਬਾਲਣ ਖਰੀਦ ਰਹੇ ਹੋ ਤਾਂ ਉਸ ਦਾ ਮੁੱਲ ਵੀ ਉਸ ਦੇ ਅਨੁਸਾਰ ਹੀ ਹੋਣਾ ਚਾਹੀਦਾ, ਬਹੁਤ ਮਹਿੰਗਾ ਨਾ ਹੋਵੇ। ਸੌਖੀ ਉਪਲਬਧਤਾ। ਉਹ ਬਾਲਣ ਤੁਹਾਡੀ ਸੌਖੀ ਪਹੁੰਚ ਦੇ ਵਿੱਚ ਹੋਵੇ, ਤੁਸੀਂ ਉਸ ਨੂੰ ਸੌਖੇ ਹੀ ਖਰੀਦ ਸਕਦੇ ਹੋ। ਸੌਖੀ ਢੋਆ ਢੁਆਈ। ਜੋ ਬਾਲਣ ਹੈ ਉਸ ਨੂੰ ਇੱਕ ਥਾਂ ਦੂਜੀ ਥਾਂ ਲੈ ਕੇ ਜਾਣਾ ਸੌਖਾ ਹੋਵੇ, ਠੀਕ ਹੈ। ਤਾਂ ਜਿਵੇਂ ਭਾਵੇਂ ਲੱਕੜਾਂ ਨੇ, ਦੇਖੋ ਕਿੱਥੋਂ ਦੂਜੀ ਥਾਂ ਲਿਜਾਈਆਂ ਜਾ ਸਕਦੀਆਂ, ਗੈਸਾਂ ਨੂੰ ਸਿਲੰਡਰ ਦੇ ਰੂਪ 'ਚ ਲੈ ਜਾ ਸਕਦੇ ਹਾਂ ਅਸੀਂ। ਸੌਖਾ ਰੱਖ ਰਖਾਵ। ਤੁਸੀਂ ਬਾਲਣ ਲਿਆਂਦਾ, ਤੁਸੀਂ ਜਿੱਥੇ ਰੱਖਿਆ ਤੁਹਾਨੂੰ ਉਸ ਨੂੰ ਮੁਸ਼ਕਿਲ ਨਾ ਆਉਂਦੀ ਹੋਵੇ, ਉਸ ਨੂੰ ਸੌਖਾ ਰੱਖਿਆ ਜਾ ਸਕਦਾ, ਉਹਨੂੰ ਸਟੋਰ ਕਰਨਾ, ਭੰਡਾਰ ਕਰਨਾ ਸੌਖਾ ਹੋਵੇ। ਘੱਟੋ ਘੱਟ ਰਹਿੰਦ ਖੂੰਹਦ। ਜਦੋਂ ਅਸੀਂ ਬਾਲਣ ਨੂੰ ਜਲਾਇਆ ਉਸ ਤੋਂ ਬਾਅਦ ਜੋ ਪਿੱਛੇ ਪਦਾਰਥ ਬਚਿਆ ਉਸ ਨੂੰ ਅਸੀਂ ਉਸਦੀ ਰਹਿੰਦ ਖੂੰਹਦ ਕਹਿੰਦੇ ਹਾਂ, ਤਾਂ ਉਹ ਘੱਟੋ ਘੱਟ ਹੋਵੇ ਤਾਂ ਕਿ ਸਾਨੂੰ ਉਸ ਨੂੰ ਸਮੇਟਣ ਦੀ ਪ੍ਰੋਬਲਮ ਨਾ ਆਵੇ। ਹੁਣ ਜਿਵੇਂ ਪਾਥੀਆਂ ਨੂੰ ਜੋ ਜਲਾਉਂਦੇ ਹਾਂ ਆਪਾਂ ਗੋਬਰ ਨੂੰ, ਤਾਂ ਪਿੱਛੇ ਸੁਆਹ ਬਚਦੀ ਹੈ, ਪਰ ਜੇ ਆਪਾਂ ਇਹਨੂੰ ਬਾਇਓਗੈਸ ਦੇ ਰੂਪ 'ਚ ਵਰਤਾਂਗੇ ਤਾਂ ਉੱਥੇ ਪਿੱਛੇ ਸੁਆਹ ਨਹੀਂ ਬਚੂਗੀ। ਤਾਂ ਇਸ ਕਰਕੇ ਅਸੀਂ ਬਾਇਓਗੈਸ ਨੂੰ ਚੰਗਾ ਬਾਲਣ ਮੰਨਾਂਗੇ ਪਾਥੀਆਂ ਦੇ ਮੁਕਾਬਲੇ। ਲਾਸਟ ਹੈ ਘੱਟੋ ਘੱਟ ਪ੍ਰਦੂਸ਼ਣ ਕਰੇ। ਇਹ ਬੜੀ ਵੱਡੀ ਸਮੱਸਿਆ ਹੈ। ਹੁਣ ਜੇ ਉਹੀ ਗੱਲ ਅਸੀਂ ਲੱਕੜ ਨੂੰ ਜਾਂ ਪਾਥੀਆਂ ਨੂੰ ਸਿੱਧਾ ਬਾਲਦੇ ਹਾਂ ਤਾਂ ਉੱਥੇ ਪ੍ਰਦੂਸ਼ਣ ਜ਼ਿਆਦਾ ਪੈਦਾ ਹੁੰਦਾ ਹੈ, ਪਰ ਬਾਇਓਗੈਸ ਦੇ ਰੂਪ ਦੇ ਵਿੱਚ ਪ੍ਰਦੂਸ਼ਣ ਬਹੁਤ ਘੱਟ ਪੈਦਾ ਹੁੰਦਾ ਹੈ। ਅਤੇ ਇਸ ਕਰਕੇ ਅਸੀਂ ਬਾਇਓਗੈਸ ਨੂੰ ਚੰਗਾ ਬਾਲਣ ਮੰਨਾਂਗੇ। ਤਾਂ ਇਸ ਤਰ੍ਹਾਂ ਤੁਸੀਂ ਇੱਕ ਚੰਗੇ ਬਾਲਣ ਦੇ ਗੁਣ ਜਿਹੜੇ ਨੇ ਇਹਨਾਂ ਨੂੰ ਯਾਦ ਰੱਖਣਾ ਹੈ। ਤਾਂ ਪੇਪਰ ਦੇ ਵਿੱਚ 3 ਨੰਬਰ ਦਾ ਕੁਐਸਚਨ ਹੈ, ਪੁਆਇੰਟਸ ਨੂੰ ਡਿਟੇਲ 'ਚ ਲਿਖਣ ਦੀ ਲੋੜ ਨਹੀਂ, ਪਰ ਜਸਟ ਇੱਕ ਤੁਹਾਡੀ ਲਿਸਟ ਜਿਹੜੀ ਹੈ ਬਣੀ ਤੁਹਾਡੇ ਮਨ ਦੇ ਵਿੱਚ ਚਾਹੀਦੀ ਹੈ ਕਿ ਕਿਹੜੇ ਕਿਹੜੇ ਗੁਣ ਜਿਹੜੇ ਨੇ ਇੱਕ ਚੰਗੇ ਬਾਲਣ ਦੇ ਹੁੰਦੇ ਨੇ। ਠੀਕ ਹੈ ਜੀ, ਧੰਨਵਾਦ। ਫਿਰ ਮਿਲਦੇ ਹਾਂ ਕਿਸੇ ਹੋਰ ਕੁਐਸਚਨ ਦੇ ਨਾਲ। ਬਾਏ।